ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਭਾਈ ਬੁੱਢਾ। ਤੁਹਾਨੂੰ ਯਾਦ ਹੈ ਕਿਵੇਂ ਭਾਈ ਬੁੱਢੇ ਨੂੰ ਇਹ ਨਾਮ ਮਿਲਿਆ ਸੀ? ਉਸਨੇ ਆਪਣੀ ਮਾਂ ਨੂੰ ਅੱਗ ਬਾਲਦਿਆਂ ਵੇਖਿਆ ਸੀ। ਉਸਨੇ ਵੇਖਿਆ ਕਿ ਛੋਟੀਆਂ ਲੱਕੜੀਆਂ ਨੂੰ ਅੱਗ ਪਹਿਲਾਂ ਲੱਗਦੀ ਸੀ ਤੇ ਵੱਡੀਆਂ ਨੂੰ ਕੁਝ ਦੇਰ ਪਾ ਕੇ। ਉਹ ਸਾਡੇ ਅੱਜ ਦੇ ਨੌਜਵਾਨਾਂ ਵਰਗਾ ਨਹੀਂ ਸੀ ਜੋ ਲਾਪਰਵਾਹੀ ਦਾ ਨਿਰਉਤਸਾਹਿਤ ਜੀਵਨ ਜੀਵਣਾ ਲੋੜਦੇ ਹਨ। ਸਗੋਂ ਬੜਾ ਭਾਵਕ ਸੀ। ਜਿਵੇਂ ਲਾਜਵੰਤੀ ਦੇ ਪੱਤੇ ਛੋਹ ਨੂੰ ਮੰਨਦੇ ਹਨ, ਛੂਈ ਮੁਈ ਹੋ ਜਾਂਦੇ ਹਨ, ਇਸ ਤਰ੍ਹਾਂ ਇਸ ਬੱਚੇ ਨੂੰ ਅਸਚਰਜਤਾ ਦਾ ਅਹਿਸਾਸ ਸੀ। ਉਹ ਹੈਰਾਨ ਸੀ ਕਿ ਛੋਟੀਆਂ ਲੱਕੜੀਆਂ ਨੂੰ ਅੱਗ ਕਿਉਂ ਪਹਿਲਾਂ ਲੱਗਦੀ ਹੈ। ਉਹ ਪ੍ਰਤਿਭਾਸ਼ਾਲੀ ਸੀ। ਪ੍ਰਤਿਭਾ ਉਹ ਜਿਹੜੀ ਅਰਸ਼ੀ ਰੋਸ਼ਨੀ ਨੂੰ ਸੁਚੇਤ ਪੌਦੇ ਵਾਂਗ ਮਹਿਸੂਸਦੀ ਹੈ। ਉਸਨੇ ਸੋਚਿਆ ਕਿ ਉਸਦੀ ਮਾਂ ਦਰਖਤ ਦੀ ਛਾਂ ਹੇਠ ਬੈਠੇ ਗੁਰੂ ਨਾਨਕ ਦੇ ਦਰਸ਼ਨ ਕਰਨ ਜਾਵੇਗੀ। ਗੁਰੂ ਨਾਨਕ ਦੇ ਦਰਸ਼ਨ ਕਰਨਾ ਅਰਸ਼ੀ ਅੱਗ ਨੂੰ ਛੋਹਣ ਵਾਲੀ ਗੱਲ ਹੈ। ਉਸਦੇ ਦਰਸ਼ਨ ਕਾਹਦੇ? ਦੀਵੇ ਨਾਲ ਦੀਵੇ ਦੇ ਜਗ ਪੈਣ ਵਾਲੀ ਬਾਤ ਹੈ। ਉਸਦਾ ਖਿਆਲ ਸੀ ਕਿ ਉਸਦੀ ਮਾਂ ਪਿੱਛੇ ਆਵੇਗੀ, ਪਰ ਉਸ ਜੀਵਨ ਚੜੰਗ ਨੂੰ ਪਹਿਲਾਂ ਛੋਹਣਾ ਤੇ ਜਲ ਉੱਠਣਾ ਉਸਦੇ ਹਿੱਸੇ ਆਇਆ ਸੀ। ਗੁਰੂ ਦੇ ਦਰਸ਼ਨ ਕਰਦਿਆਂ ਹੀ ਉਸਨੇ ਮਹਿਸੂਸ ਕੀਤਾ ਕਿ ਉਹ ਤਾਂ ਪੂਰੀ ਤਰ੍ਹਾਂ ਜਲਣਸ਼ੀਲ ਹੈ। ਉਸਦੀ ਦੇਹ ਤੇ ਹੱਡੀਆਂ ਨੂੰ ਅੱਗ ਲੱਗ ਉੱਠੀ। ਉਸ ਜਵਾਨ ਨੂੰ ਗੁਰੂ ਜੀ ਨੇ ਬੁਲਾਇਆ। ਉਹਨਾਂ ਦੀ ਵਾਰਤਾ ਸੁਣੀ ਤੇ ਗੁਰੂ ਜੀ ਨੇ ਉਸਨੂੰ ਭਾਈ ਬੁੱਢੇ ਦਾ ਖਿਤਾਬ ਦਿੱਤਾ। ਇੰਨੀ ਚੜ੍ਹਦੀ ਉਮਰੇ ਪੁਰਾਤਨ ਗਿਆਨ ਦੇ ਭੰਡਾਰ ਵਾਲਾ ਭਾਈ ਬੁੱਢਾ ਭਾਈ ਸੀ ਸਿੱਖ। ਕੋਈ ਇਤਿਹਾਸਕਾਰ ਜਾਂ ਜੀਵਨੀ ਲੇਖਕ ਇਹ ਨਹੀਂ ਦੱਸ ਸਕਦਾ ਕਿ ਉਸ ਸਮੇਂ ਭਾਈ ਬੁੱਢੇ ਨਾਲ ਕੀ ਬੀਤੀ। ਆਮ ਇਤਿਹਾਸ ਵਾਕਿਆਤ ਦੇ ਜਿੰਦਹੀਣ ਤੱਥਾਂ ਦਾ ਹੀ ਵਰਣਨ ਕਰਦਾ ਹੈ। ਉਹ ਬੀਤੇ ਵਾਕਿਆਤ ਦਾ ਸਹੀ ਇੰਦਰਾਜ ਹੀ ਕਰਦਾ ਹੈ, ਜਿਹੜੇ ਕਿ ਆਮ ਕਰਕੇ ਗਲਤ ਹੀ ਹੁੰਦੇ ਹਨ। ਇਤਿਹਾਸ ਪਾਸ ਸਾਡੀ ਰੂਹ ਦਾ ਕੋਈ ਪ੍ਰਮਾਣ ਨਹੀਂ। ਤੁਸੀਂ ਭਾਵੇਂ ਕਿਸੇ ਮਿੱਤਰ ਬਾਰੇ ਥੋੜ੍ਹੀ ਦੇਰ ਜਾਇਜ਼ਾ ਲਾਉਂਦੇ ਰਹੋ, ਪਰ ਤੁਸੀਂ ਵੇਖੋਗੇ ਕਿ ਉਸਦੇ ਤੁਹਾਡੇ ਪ੍ਰਤੀ ਕੀਤੇ ਇੱਕ ਪਰਉਪਕਾਰ ਨਾਲ ਉਸਦੇ ਆਚਰਣ ਪ੍ਰਤੀ ਤੁਹਾਡੀ ਧਾਰਨਾ ਲੜਖੜਾ ਉੱਠੇਗੀ ਅਤੇ ਉਸਦੀ ਉਸ ਮੂਕ ਹਮਦਰਦੀ ਕਾਰਨ ਉਹ ਤੁਹਾਨੂੰ ਮਸੀਹਾ ਪ੍ਰਤੀਤ ਹੋਣ ਲੱਗੇਗਾ। ਜਿੱਥੋਂ ਤੱਕ ਇਹਨਾਂ ਗੱਲਾਂ ਦਾ ਸੰਬੰਧ ਹੈ, ਇਤਿਹਾਸ ਅਤੇ ਜੀਵਨੀ ਦੋਵੇਂ ਝੂਠੇ ਹਨ। ਅਸੀਂ ਰੂਹ ਬਾਰੇ ਸਹੀ ਗੱਲ ਦੱਸ ਸਕਦੇ ਹਾਂ, ਜਿਹੜੀ ਅੱਜ ਤੱਕ ਅਣਗੋਲੀ ਤੇ ਅਣਕਹੀ ਹੀ ਰਹੀ ਹੈ, ਕਿਉਂਕਿ ਇਹ ਸਦਾ ਅਚੰਭਾ ਤੇ ਇਲਹਾਮ ਹੀ ਬਣੀ ਰਹੀ ਹੈ। ਇਹ ਗੱਲਾਂ ਸਾਡੀ ਤਰਕ ਬੁੱਧੀ ਤੋਂ ਪਰੇ ਦੀਆਂ ਹਨ, ਪਰ ਇਸ ਦਾ ਪ੍ਰਭਾਵ ਵੇਖੋ। ਉਸ ਪਿੱਛੋਂ ਭਾਈ ਬੁੱਢੇ ਦਾ ਸਾਰਾ ਜੀਵਨ ਇੱਕ ਅਚੰਭਾ ਹੈ। ਅੰਮ੍ਰਿਤਸਰ ਦੇ ਲਾਗੇ ਚਰਾਨ ਦੇ ਕੁਝ ਘੁਮਾਵਾਂ ਵਿੱਚ ਥੋੜ੍ਹੀਆਂ ਜਿਹੀਆਂ ਗਊਆਂ ਨੂੰ ਚਾਰਦਾ, ਚੁੱਪ, ਆਪਣੇ ਆਪ ਵਿੱਚ ਮਸਤ, ਗੁਰੂ ਦੀ ਯਾਦ ਵਿੱਚ ਲੀਨ ਭਾਈ ਬੁੱਢਾ ਜੁੜਿਆ ਬੈਠਾ ਹੈ। ਉਸ ਦੇ ਬੁੱਲ੍ਹਾਂ ਤੇ ਉਸ ਦਾ ਪਵਿੱਤਰ ਨਾਮ ਹੈ। ਉਸ ਦਾ ਅੰਦਰਲਾ ਰੰਗਿਆ ਪਿਆ ਹੈ। ਉਹ ਗਗਨਮੈ ਥਾਲ ਲੈ ਕੇ ਆਪਣੇ ਪ੍ਰੀਤਮ ਦੀ ਆਰਤੀ ਉਤਾਰ ਰਿਹਾ ਹੈ। ਗੀਤ ਗਾਉਂਦੇ ਪੰਛੀ ਦੀ ਥਰਥਰਾਹਟ ਵਾਂਗ ਉਸ ਦਾ ਅੰਦਰਲਾ ਧੜਕ ਰਿਹਾ ਹੈ। ਮਸਤੀ ਵਿੱਚ ਉਸ ਦੇ ਲੂ ਕੰਡੇ ਖੜੇ ਹਨ। ਉਸ ਦੇ ਨੇਤਰ ਲਾਲ, ਅਦਮੀਟੇ ਦਰਸ਼ਨ ਕੀਲੇ, ਵਿਸਮਾਦਿਤ, ਪੂਰੇ ਖਿੜੇ ਫੁੱਲ ਵਾਂਗ ਉਲਾਸੇ ਤੇ ਨਾਲੇ ਅਤ ਸੁੰਦਰ ਵੀ ਹਨ, ਅਤੇ ਉਸ ਦੇ ਜਾਗੇ ਆਵੇਸ਼ ਦੇ ਅਰੁਕ ਵੇਗ ਅਤੇ ਨਿਸਬਾਸਰ ਰੰਗ ਰਤੜਿਆਂ ਰਹਿਣ ਨੇ ਉਸ ਦੇ ਤੇਜਸਵੀ, ਸੰਸਾ ਨਿਵਾਰਕ ਜੀਦਾਨ ਦਿੰਦੇ ਤੇ ਹਿਰਦਿਆਂ ਨੂੰ ਠਾਰਦੇ ਪ੍ਰਭਾਵ ਨੇ ਬੱਦਲ ਵਾਂਗ, ਸੂਰਜ ਚੰਦ ਤੇ ਰੁੱਖ ਦੀ ਛਾਂ ਵਾਂਗ ਖੁਸ਼ੀਆਂ ਦਾ ਹੜ੍ਹ ਲਿਆ ਕੇ ਸਾਰਾ ਆਲਾ ਦੁਆਲਾ ਰੰਗ ਦਿੱਤਾ। ਵੀਰਾਂ ਨੇ ਉਸ ਦਾ ਘਰ ਅਤੇ ਉਸ ਦੀ ਯਾਦ ਉਸ ਦਾ ਜੀਵਨ। ਕਿਸੇ ਪਿਆਰ ਵਿਗੁੱਤੀ ਕਾਮਣ ਨੇ ਵੀ ਆਪਣੇ ਪਤੀ ਨਾਲ ਇੰਨਾ ਪਿਆਰ ਨਹੀਂ ਕੀਤਾ ਹੋਣਾ ਜਿੰਨਾ ਭਾਈ ਬੁੱਢੇ ਨੂੰ ਗੁਰੂ ਨਾਨਕ ਨਾਲ ਸੀ। ਆਸ਼ਕਾਂ ਲਈ ਫਰਿਆਦ ਹਰਾਮ ਹੁੰਦੀ ਹੈ। ਇੱਕ ਸੰਸਾਰ ਵਿੱਚ ਹਰ ਪਸ਼ੂ ਲਈ ਕਦੇ ਨਾ ਕਦੇ ਖੁਸ਼ੀ ਦੀ ਇੰਤਹਾ ਦਾ ਮੌਕਾ ਬਣਦਾ ਹੈ। ਕਾਮਣੀ ਨੂੰ ਦੇਖ ਕੇ ਹਿਰਦੇ ਦੇ ਤਾਰ ਚੁਣਚੁਣਾ ਸਕਦੇ ਹਨ। ਕਿਸੇ ਨਿਰਧਨ ਨੂੰ ਖਜ਼ਾਨਾ ਮਿਲ ਪੈਣ ਤੇ ਸਵਰਗੀ ਹੁਲਾਸ ਦਾ ਅਹਿਸਾਸ ਹੋ ਸਕਦਾ ਹੈ। ਕਵੀ ਦੀ ਆਤਮਾ ਇਸ
ਹੁਸੀਨ ਸੰਸਾਰ ਨੂੰ ਵੇਖ ਕੇ ਕਿਸੇ ਵੇਲੇ ਉਤੇਜਿਤ ਹੋ ਸਕਦੀ ਹੈ, ਪਰ ਭਾਈ ਬੁੱਢੇ ਦੇ ਇਸ਼ਕ ਦੀ ਉਚਾਈ ਨੂੰ ਕੋਈ ਨਹੀਂ ਪਹੁੰਚ ਸਕਿਆ। ਜਿਸ ਦੀ ਮੁੱਠੀ ਵਿੱਚ ਜਗਤ ਸਭ ਆਇਆ ਸੀ, ਉਸ ਮਹਾਨ ਸੱਚ ਨੂੰ ਹਿਰਦੇ ਵਿੱਚ ਵਸਾ ਲੈਣ ਨਾਲ ਉਸ ਵਸਲ ਦਾ ਬਾਹਰੀ ਬਿਆਨ ਆਪਣੇ ਆਪ ਖਤਮ ਹੋ ਜਾਂਦਾ ਹੈ। ਉਸ ਦੇ ਵਰਣਨ ਲਈ ਭਾਸ਼ਾ ਪਾਸ ਬੇਲੋੜੇ ਸ਼ਬਦ ਨਹੀਂ। ਆਵਾਜ਼ ਤੁੱਛ ਵਿਚਾਰਾਂ ਨੂੰ ਤਿਆਗ ਚੁੱਕੀ ਹੈ। ਸਾਡੀ ਦੇਹ ਨੇ ਮਨ ਦਾ ਰੂਪ ਧਾਰ ਲਿਆ ਹੈ ਅਤੇ ਉਸ ਦੇ ਅਕਸੀ ਸ਼ੀਸ਼ੇ ਵਿੱਚੋਂ ਹੀਰੇ ਮੋਤੀਆਂ ਦਾ ਬਦਲਵਾਂ ਝਲਕਾਰ ਪੈਂਦਾ ਹੈ। ਭਾਈ ਬੁੱਢੇ ਦਾ ਮਾਨਵਵਾਦੀ ਹਿਰਦਾ ਅੰਦਰ ਵਿਕਸੇ ਅਗੰਮੀ ਫੁੱਲ ਨੂੰ ਰੋਜ਼ੀ ਪਹੁੰਚਾਉਣ ਵਾਲਾ ਬਣ ਗਿਆ ਹੈ। ਭਾਈ ਬੁੱਢਾ ਗੁਰੂ ਨਾਨਕ ਦੀ ਦਰਗਾਹ ਵਿੱਚ ਦੀਪਕ ਵਾਂਗ ਜਗਮਗਾ ਰਿਹਾ ਹੈ। ਗੁਮਨਾਮ ਜਲੀ ਜਾਣਾ ਅਸੀਮ ਸਿੱਖੀ ਅਨੁਭਵ ਦਾ ਕਲਾਤਮਕ ਪ੍ਰਗਟਾਵਾ ਹੈ। ਭਾਈ ਬੁੱਢੇ ਦਾ ਗੁਰੂ ਨਾਨਕ ਪ੍ਰਤੀ ਕੁਝ ਅਜਿਹਾ ਹੀ ਵਿਹਾਰ ਸੀ। ਸ਼ਾਇਦ ਤੁਸੀਂ ਇਹ ਸੋਚਣ ਲੱਗ ਪਾਓ ਕਿ ਪੁਰਾਤਨ ਹਿੰਦੂਆਂ ਵਾਂਗ ਭਾਈ ਬੁੱਢਾ ਕੋਈ ਸੰਤ ਬਣ ਗਿਆ ਸੀ, ਜਿਸ ਦੀ ਵੱਡੀ ਘਾਲਣਾ ਉਸ ਵਿਸ਼ੁੱਧ ਪੂਰਨ ਬ੍ਰਹਮ ਦੀ ਚਿਤਵਨੀ ਸੀ। ਜਿਸ ਵਿਸਮਾਦੀ ਮਾਨਵਤਾ ਦਾ ਭਾਈ ਬੁੱਢਾ ਧਾਰਨੀ ਸੀ, ਉਹ ਬਿਲਕੁਲ ਨਵੀਂ ਹੈ। ਉਸ ਦੇ ਅੰਦਰ ਗੁਰੂ ਨਾਨਕ ਦੀ ਮਿਹਰ ਦਾ ਸਮੁੰਦਰ ਠਾਠਾ ਮਾਰਦਾ ਹੈ। ਉਸ ਦੀ ਯਾਦ ਦੇ ਅਕਹਿ ਸਰੂਰ ਵਿੱਚ ਇੱਕ ਅਸੀਮ ਸੰਵੇਦਨਾ ਹੈ, ਜਿਸ ਦਾ ਵਾਸਾ ਉਸ ਦੇ ਅੰਦਰ ਹੈ। ਪਿਆਰ ਦੀ ਇਹ ਸਿੱਖ ਦੇ ਜੀਵਨ ਵਿੱਚੋਂ ਕਈ ਰੂਪਾਂ ਵਿੱਚ ਝਲਕਦੀ ਹੈ। ਇਹ ਗੁਨਾਹਗਾਰ ਨੂੰ ਮਾਫ ਕਰ ਸਕਦੀ ਹੈ, ਕਿਉਂਕਿ ਇਸ ਦਰਦ ਰੰਜਾਣੀ ਅਵਸਥਾ ਵਿੱਚ ਬਦਲੇ ਦੀ ਭਾਵਨਾ, ਜਿਹੜੀ ਕਈ ਰੂਪਾਂ ਵਿੱਚ ਇਸ ਸੰਸਾਰ ਵਿੱਚ ਨਿਆਂ ਵਜੋਂ ਜਾਣੀ ਜਾਂਦੀ ਹੈ, ਮਿੱਠਤ ਵਿੱਚ ਗੁੰਨੀ ਗਈ ਹੁੰਦੀ ਹੈ। ਇਸ ਦੀ ਸਵੈ ਅਨੁਭੂਤੀ ਵਿੱਚ ਨਿਆਂ ਦਾ ਭਾਵ ਖਿਮਾ ਕਰ ਦੇਣ ਵਿੱਚ ਹੈ, ਕਿਉਂਕਿ ਸਿੱਖੀ ਮੰਡਲ ਵਿੱਚ ਜਿੱਥੇ ਪਿਆਰ ਦਾ ਰਾਜ ਹੈ, ਉੱਥੇ ਨਫ਼ਰਤ ਲਈ ਕੋਈ ਥਾਂ ਨਹੀਂ। ਮਨੁੱਖਾਂ ਵਿਚਾਲੇ ਕੋਈ ਹੋਰ ਨਿਆਂ ਠਹਿਰ ਹੀ ਨਹੀਂ ਸਕਦਾ। ਸ਼ਾਂਤੀ ਦਾ ਜੰਗ ਦੇ ਦੌਰਾਨ ਇਹ ਸਵੈ ਬਲੀਦਾਨ ਦਾ ਰੂਪ ਵੀ ਧਾਰਨ ਕਰ ਸਕਦੀ ਹੈ, ਜਾਂ ਕਮਲ ਵਾਂਗ ਸਹਿਜ ਸੁਭਾਅ ਸੁੰਦਰਮ ਦਾ ਜੀਵਨ ਜੀਵਨ ਤੇ ਇੱਕ ਤਰਫਾ ਕਰ ਸਕਦੀ ਹੈ। ਮਨੁੱਖਤਾ ਦੀ ਮਹਾਨ ਸੇਵਾ ਜੋ ਰੱਬੀ ਹੁਸਨ ਦੇ ਹਿੱਸੇ ਆਈ ਹੈ, ਇਹ ਜ਼ੁਲਮ ਵਿਰੁੱਧ ਕਿਸੇ ਰਾਜਸੀ ਕ੍ਰਾਂਤੀ ਦਾ ਰੂਪ ਧਾਰ ਸਕਦੀ ਹੈ, ਜਿਵੇਂ ਕਿ ਇਸਨੇ ਗੁਰੂ ਹਰਗੋਬਿੰਦ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇੱਕ ਵਾਰੀ ਕਰ ਵਿਖਾਇਆ। ਸਿੱਖ ਦੀ ਮਿਹਰ ਮਨੁੱਖਤਾ ਨੂੰ ਪੀੜਤ ਵੇਖ ਸਦਾ ਤਿਲ ਮਿਲਾਉਂਦੀ ਰਹਿੰਦੀ ਹੈ। ਜਿਵੇਂ ਕਿ ਮਹਾਤਮਾ ਬੁੱਧ ਦੇ ਅੰਦਰ ਤਰਸ ਤੇ ਦਇਆ ਦਾ ਸਾਗਰ ਛਲਕ ਉੱਠਿਆ ਸੀ। ਭਾਈ ਬੁੱਢੇ ਨੂੰ ਦੁੱਖ ਦੀਆਂ ਕਸਕਾਂ ਦਾ ਅਹਿਸਾਸ ਉਦੋਂ ਹੋਇਆ ਜਦੋਂ ਗੁਰੂ ਹਰਗੋਬਿੰਦ ਜੀ ਗਵਾਲੀਅਰ ਚਲੇ ਗਏ ਅਤੇ ਇੱਕ ਲੰਮੇ ਸਮੇਂ ਲਈ ਅੰਮ੍ਰਿਤਸਰ ਤੋਂ ਬਾਹਰ ਰਹੇ। ਉਸ ਨੂੰ ਅੰਮ੍ਰਿਤਸਰ ਮਾਲਕ ਨਾਲ ਹੀ ਸ਼ੋਭਦਾ ਤੇ ਪਿਆਰਾ ਲੱਗਦਾ ਸੀ, ਪਰ ਵਿਛੋੜੇ ਦੇ ਅਸਹਿ ਦੁੱਖ ਨੇ ਉਸ ਦੇ ਮਨ ਵਿੱਚ ਇਸ ਦੀ ਮਹਾਨਤਾ ਹੋਰ ਵਧਾ ਦਿੱਤੀ ਸੀ। ਉਹਨਾਂ ਦੀ ਗੈਰ ਮੌਜੂਦਗੀ ਵਿੱਚ ਸਿੱਖ ਸੰਗਤਾਂ ਆਉਂਦੀਆਂ ਤੇ ਜਾਂਦੀਆਂ, ਪਰ ਭਾਈ ਬੁੱਢਾ ਗੁਰੂ ਦਰਸ਼ਨਾਂ ਤੋਂ ਵਾਂਝਾ ਮੱਛੀ ਵਾਂਗ ਤੜਪ ਰਿਹਾ ਸੀ। ਰਾਤ ਪੈਣ ਤੇ ਭਾਈ ਬੁੱਢਾ ਜੋਤ ਜਗਾਉਂਦਾ ਅਤੇ ਯਾਦ ਵਿੱਚ ਮਸਤ ਅਕਸਰ ਹਰਮੰਦਰ ਦੀ ਪਰਿਕਰਮਾ ਕਰਦਾ। ਦਰਦ ਵਿਛੋੜੇ ਦੀਆਂ ਹੂਕਾਂ ਤੇ ਕਸਕਾਂ ਮਾਈ ਨੂੰ ਭੇਜਦਾ, ਜਿਵੇਂ ਕਿ ਸੱਚਮੁੱਚ ਉਹ ਅਰਸ਼ੀ ਪ੍ਰੀਤਮ ਆਪ ਹਰਮੰਦਰ ਵਿੱਚ ਉਹਨਾਂ ਨੂੰ ਸੁਣਨ ਲਈ ਆਇਆ ਹੋਵੇ। ਅਤੇ ਉਹ ਆਉਂਦਾ ਵੀ ਸੀ। ਕੀ ਉਹਨਾਂ ਗਵਾਲੀਅਰ ਤੋਂ ਵਾਪਸੀ ਤੇ ਭਾਈ ਬੁੱਢੇ ਨੂੰ ਨਹੀਂ ਸੀ ਦੱਸਿਆ ਕਿ ਕਿਵੇਂ ਉਹ ਉਸ ਦੀ ਪਿਆਰ ਵਿਲਕਣੀ ਹਰ ਸ਼ਾਮ ਸੁਣਦੇ ਰਹੇ ਸਨ? ਗੁਰੂ ਵਾਪਸ ਮੁੜਿਆ ਅਤੇ ਵਿਛੋੜੇ ਤੇ ਤੜਪਣੀ ਦੇ ਮੇਲ ਤੇ ਅਕਹਿ ਸਰੂਰ ਦਾ ਰੂਪ ਵਟਾ ਲਿਆ। ਹਰਮੰਦਰ ਤੇ ਨਵਾਂ ਰੰਗ ਆਇਆ। ਭਾਈ ਬੁੱਢਾ ਮੁੜ ਆਪਣੀ ਢਾਣੀ ਵਿੱਚ ਆ ਰਲਿਆ ਅਤੇ ਮੌਨ ਧਾਰ ਲਈ, ਅਤੇ ਖੱਬਲ ਘਾਹ ਤੇ ਗਊਆਂ ਚਰਾਂਦੇ ਬੱਚੇ ਵਾਂਗ ਉਸ ਦਾ ਅੰਦਰਲਾ ਖੁਸ਼ੀ ਨਾਲ ਛਲਕ ਉੱਠਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।